वाहिगुरु जी का खालसा श्री वाहिगुरु जी की फतेह। गुरु जी की प्यारी साध संगत जी, कुदरत ज्ञान चैनल विच आप सब जी का बहुत ज़्यादा स्वागत है। संगत जी, अज जिहड़ी असीं साखी आप जी दे नाल सांझी करन जा रहे हैं, ਉਹ महानता है श्री सुखमनी साहिब जी की गुरबाणी की कि किस तरह श्री सुखमनी साहिब जी की गुरबाणी पढ़न दे नाल ਲੇਖਾਂ ਦੇ ਵਿੱਚ ਲਿਖੇ ਹੋਏ ਦੁੱਖ ਕਸ਼ਟ ਦੂਰ ਹੋ ਜਾਂਦੇ ਹਨ, ਭਾਵ ਕਿ ਕਰਮ ਵੀ ਬਦਲ ਜਾਂਦੇ ਹਨ। ਸੰਗਤ ਜੀ, ਸਾਖੀ ਨੂੰ ਧਿਆਨ ਨਾਲ ਸਰਵਣ ਕਰਨਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਿਰਤਾਜ, ਜਿਨ੍ਹਾਂ ਦੇ ਚਰਨਾਂ ਦਾ ਧਿਆਨ ਧਰ ਕੇ ਸਾਖੀ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸਰਵਣ ਕਰਨੀ ਅਤੇ ਸ਼ੇਅਰ ਵੀ ਜ਼ਰੂਰ ਕਰਨੀ। ਸੰਗਤ ਜੀ, ਆਪਾਂ ਸਾਖੀ ਨੂੰ ਸ਼ੁਰੂ ਕਰਦੇ ਹਾਂ। ਸੰਗਤ ਜੀ, ਇਹ ਸਰੀਰ ਕਰਮਾਂ ਦਾ ਖੇਤ ਹੈ। ਇਸ ਵਿੱਚ ਜਿਸ ਤਰ੍ਹਾਂ ਦਾ ਕੋਈ ਬੀਜਦਾ ਹੈ, ਉਸ ਤਰ੍ਹਾਂ ਦਾ ਹੀ ਵੱਢਦਾ ਹੈ। ਜੇ ਤੁਸੀਂ ਆਪਣੇ ਹੱਥੀਂ ਕਣਕ ਬੀਜੀ ਹੈ ਤਾਂ ਤੁਸੀਂ ਕਣਕ ਹੀ ਵੱਢੋਗੇ। ਤੁਸੀਂ ਇਹ ਆਸ ਨਾ ਰੱਖੋ ਕਿ ਮੱਕੀ ਮਿਲ ਜਾਵੇ। ਇਹ ਸੋਚਣਾ ਪੂਰਨ ਤੌਰ 'ਤੇ ਮੂਰਖਤਾ ਹੈ, ਭਾਵ ਜੋ ਬੀਜਿਆ ਹੈ ਉਹੀ ਕੱਟਣਾ ਪਵੇਗਾ। ਇਸੇ ਤਰ੍ਹਾਂ ਸੰਸਾਰ ਵਿੱਚ ਜੋ ਦਿੱਤਾ ਜਾਂਦਾ ਹੈ ਉਹੀ ਵਾਪਸ ਆਪਣੇ ਕੋਲ ਆ ਜਾਂਦਾ ਹੈ, ਭਾਵ ਕਿ ਕਿਸੇ ਨੂੰ ਦੁੱਖ ਦੇ ਕੇ ਅਸੀਂ ਆਪਣੇ ਲਈ ਦੁੱਖਾਂ ਦੇ ਬੀਜ ਬੀਜਦੇ ਹਾਂ, ਅਤੇ ਜੇਕਰ ਕਿਸੇ ਨੂੰ ਸੁੱਖ ਦਿੱਤਾ ਹੈ ਉਹ ਵੀ ਸਾਡੇ ਕੋਲ ਦੁੱਗਣਾ ਹੋ ਕੇ ਸਾਡੀ ਝੋਲੀ ਵਿੱਚ ਆ ਕੇ ਪੈਂਦਾ ਹੈ। ਇਸ ਲਈ ਤੁਸੀਂ ਸੰਸਾਰ ਵਿੱਚ ਸੁੱਖ, ਇੱਜ਼ਤ, ਸਨਮਾਨ ਚਾਹੁੰਦੇ ਹੋ ਤਾਂ ਇਹ ਤੁਹਾਨੂੰ ਪਹਿਲਾਂ ਦੂਸਰਿਆਂ ਨੂੰ ਦੇਣਾ ਪਵੇਗਾ। ਇਸ ਲਈ ਜੋ ਵੀ ਕਰਮ ਕਰੋ, ਇਹ ਸੋਚ ਕੇ ਕਰੋ ਕਿ ਮੈਂ ਜੋ ਵੀ ਕਰਨ ਜਾ ਰਿਹਾ ਹਾਂ ਜਾਂ ਜਾ ਰਹੀ ਹਾਂ, ਉਸ ਤੋਂ ਕਈ ਗੁਣਾ ਹੋ ਕੇ ਮੈਨੂੰ ਇਹ ਫਲ ਮਿਲਣਾ ਹੈ। ਕਿਸੇ ਨੂੰ ਦੁੱਖ ਦੇਣ ਤੋਂ ਪਹਿਲਾਂ ਸੋਚ ਲਵੋ ਕਿ ਇਹ ਦੁੱਖ ਦਾ ਬੀਜ ਨਤੀਜੇ ਵਜੋਂ ਦੁੱਖ ਦੇ ਅਨੇਕ ਫਲ ਲੈ ਕੇ ਆਵੇਗਾ, ਅਤੇ ਇਹ ਦੁੱਖ ਸੁੱਖ ਤਾਂ ਤੁਹਾਡੇ ਆਪਣੇ ਹੀ ਹੱਥਾਂ ਦੀ ਖੇਡ ਹੈ। ਕਈ ਵਾਰੀ ਸਾਨੂੰ ਕੋਈ ਦੁੱਖ ਆ ਜਾਵੇ, ਸਾਡੇ 'ਤੇ ਕੋਈ ਭੋਜਲ ਬਣ ਜਾਵੇ। ਆਮ ਤੌਰ 'ਤੇ ਸਿਆਣੇ ਲੋਕ, ਸੰਤ, ਮਹਾਂਪੁਰਸ਼, ਮਹਾਤਮਾ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਪਿਛਲੇ ਜਨਮ ਕੋਈ ਦੁੱਖ ਬੀਜਿਆ ਸੀ ਤਾਂ ਹੁਣ ਇਸ ਜਨਮ ਵਿੱਚ ਆਇਆ ਹੈ। ਹੁਣ ਉਹ ਬੀਜਿਆ ਹੋਇਆ ਕਰਮ ਤਾਂ ਕੱਟਣਾ ਹੀ ਪਵੇਗਾ, ਭਾਵ ਕਿ ਅਸੀਂ ਕਦੀ ਵੀ ਕੋਈ ਕਰਮ ਕੀਤਾ ਹੋਵੇ ਉਹ ਕਰਮ ਸਾਡਾ ਲੇਖ ਬਣ ਜਾਂਦਾ ਹੈ। ਇਸ ਲਈ ਜੇ ਕੋਈ ਦੁੱਖ ਜਾਂ ਕੋਈ ਭੋਜਲ ਆਵੇ ਤਾਂ ਸਮਝ ਲੈਣਾ ਕਿਤੇ ਕੋਈ ਬੀਜਿਆ ਸੀ, ਅੱਜ ਕੱਟਣਾ ਪੈ ਰਿਹਾ ਹੈ। ਸੰਗਤ ਜੀ, ਧੰਨ ਧੰਨ ਪਿਆਰੇ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ ਕਿ ਸਜ਼ਾ ਕਸੂਰ ਤੋਂ ਬਿਨਾਂ ਨਹੀਂ ਮਿਲਦੀ। ਕਸੂਰ ਭਾਵੇਂ ਪਿਛਲੇ ਜਨਮ ਦਾ ਹੀ ਹੋਵੇ। ਅਸੀਂ ਕੋਈ ਵੀ ਕਦਮ ਚੁੱਕੀਏ, ਉਹ ਚੁੱਕਿਆ ਗਿਆ ਕਦਮ ਸਾਡਾ ਕਰਮ ਬਣ ਜਾਂਦਾ ਹੈ। ਸਮਾਂ ਪੈਣ 'ਤੇ ਉਹ ਕੱਟਣਾ ਹੀ ਪੈਂਦਾ ਹੈ ਸੰਗਤ ਜੀ, ਕਿਉਂਕਿ ਇਹ ਕੁਦਰਤ ਦਾ ਨਿਯਮ ਹੈ। ਸੰਗਤ ਜੀ, ਹੁਣ ਕਰਮਾਂ 'ਤੇ ਹੀ ਆਪਾਂ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਕੋਈ ਮਹਾਂਪੁਰਸ਼ ਸਨ, ਉਹਨਾਂ ਦੇ ਸਰੀਰ 'ਤੇ ਕੋੜ ਹੋ ਗਿਆ, ਨਿੱਕਾ ਕੋੜ ਹੋ ਗਿਆ। ਜਿੱਥੇ ਖਾਰਸ਼ ਕਰਨੀ ਉੱਥੋਂ ਲਹੂ ਸਿੰਮਣਾ। ਸਰੀਰ 'ਤੇ ਕੱਪੜਾ ਵੀ ਨਹੀਂ ਸੀ ਪਾਇਆ ਜਾਂਦਾ, ਜਿਸ ਕਾਰਨ ਪਰਨਾ ਜਿਹੇ ਲਪੇਟ ਕੇ ਰੱਖਦੇ ਸਨ। ਮਹਾਂਪੁਰਸ਼ਾਂ ਦਾ ਨੇਮ ਇੰਨਾ, ਕਮਾਈ ਇਤਨੀ ਸੀ ਕਿ ਇੱਕੋ ਚੌਂਕੜੀ 'ਤੇ 10 ਪਾਠ ਸ੍ਰੀ ਸੁਖਮਨੀ ਸਾਹਿਬ ਜੀ 'ਤੇ ਸੁਣਨੇ। ਕਈ ਵਾਰ ਸੇਵਕਾਂ ਨੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਮਹਾਂਪੁਰਖੋ, ਇੰਨੀ ਬੰਦਗੀ ਪਰ ਇਹ ਸਰੀਰ 'ਤੇ ਨਿੱਕਾ ਕੋੜ। ਮਹਾਂਪੁਰਖਾਂ ਨੇ ਗੱਲ ਨੂੰ ਟਾਲ ਦੇਣਾ। ਇੱਕ ਦਿਨ ਕੋਈ ਸੇਵਕ ਉਹ ਬਾਬਾ ਜੀ ਨੂੰ ਬੇਨਤੀਆਂ ਕਰਨ ਲੱਗ ਗਿਆ ਕਿ ਬਾਬਾ ਜੀ, ਤੁਹਾਡੀ ਇੰਨੀ ਭਜਨ ਬੰਦਗੀ ਹੋਣ ਦੇ ਬਾਵਜੂਦ ਇਹ ਸਰੀਰ 'ਤੇ ਨਿੱਕੇ ਕੋੜ ਦਾ ਕਾਰਨ ਕੀ ਹੈ? ਬਾਬਾ ਜੀ ਨੇ ਦੱਸਿਆ ਕਿ ਜੇ ਤੂੰ ਪੁੱਛਣਾ ਚਾਹੁੰਦਾ ਹੈ ਤਾਂ ਤੈਨੂੰ ਇੱਕ ਅਸੀਂ ਗੱਲ ਦੱਸਦੇ ਹਾਂ। ਉਹਨਾਂ ਦੱਸਿਆ, ਅੱਜ ਤੋਂ 5 ਜਨਮ ਪਹਿਲਾਂ ਦੀ ਗੱਲ ਹੈ। ਮੈਂ ਪਿੰਡ ਦੀ ਪੰਚਾਇਤ ਦਾ ਵੱਡਾ ਮੈਂਬਰ ਸੀ। ਚੰਗਾ, ਲੰਮਾ, ਉੱਚਾ, ਜਵਾਨ, ਮਾਇਆ ਵੀ ਬਹੁਤ ਸੀ। ਹਰ ਵੇਲੇ ਦਿਮਾਗ 'ਤੇ ਮਾਇਆ ਦਾ, ਅਹੁਦੇ ਦਾ, ਜਵਾਨੀ ਦਾ ਨਸ਼ਾ ਸਵਾਰ ਰਹਿੰਦਾ ਸੀ। ਹਰ ਵੇਲੇ ਹੱਥ ਵਿੱਚ ਇੱਕ ਡਾਂਗ ਵੀ ਰੱਖਣੀ। ਇੱਕ ਦਿਨ ਆਪਣੇ 4-5 ਸਾਥੀਆਂ ਨਾਲ ਤੁਰੇ ਜਾ ਰਹੇ ਸੀ ਕਿ ਅੱਗੇ ਇੱਕ ਕੁੱਤਾ ਆ ਗਿਆ, ਜਿਸ ਨੂੰ ਖੁਰਕ ਪਈ ਹੋਈ ਸੀ। ਜਵਾਨੀ ਦਾ, ਮਾਇਆ ਦਾ, ਅਹੁਦੇ ਦਾ ਨਸ਼ਾ ਇੰਨਾ ਸੀ ਕਿ ਕੁੱਤੇ ਨੂੰ ਜ਼ੋਰ ਨਾਲ ਡਾਂਗ ਕੱਢ ਮਾਰੀ। ਰੱਬ ਦੀ ਕਰਨੀ, ਕੁੱਤਾ ਤਾਂ ਉੱਥੇ ਹੀ ਮਰ ਗਿਆ। ਜਦੋਂ ਅਗਲਾ ਜਨਮ ਮਿਲਿਆ ਤਾਂ ਨਿਰੰਕਾਰ ਵੱਲੋਂ ਸਾਨੂੰ ਉਸ ਕੁੱਤੇ ਨੂੰ ਬਗੈਰ ਮੌਤ ਤੋਂ ਮਾਰਨ ਦੀ ਸਜ਼ਾ ਮਿਲੀ ਕਿ ਜਿੰਨਾ ਚਿਰ ਉਸ ਕੁੱਤੇ ਨੇ
ਖੁਰਕ ਭੋਗਣੀ ਸੀ, ਉਹਨਾਂ ਚਿਰ ਸਾਨੂੰ ਸਰੀਰ 'ਤੇ ਕੋੜ ਭੁਗਤਣਾ ਪਵੇਗਾ। ਫਿਰ ਮਹਾਂਪੁਰਸ਼ਾਂ ਨੇ ਦੱਸਿਆ ਸਾਨੂੰ ਕੋੜ ਹੋ ਗਿਆ। ਅਸੀਂ ਅਰਦਾਸ ਕੀਤੀ ਤਾਂ ਕਸ਼ਟ ਅਗਾਂਹ ਚਲਾ ਗਿਆ। ਕਈ ਵਾਰ ਸਾਡੀਆਂ ਅਰਦਾਸਾਂ ਨਾਲ ਕਸ਼ਟ ਅੱਗੇ ਚਲਾ ਜਾਂਦਾ ਹੈ। ਸਾਡਾ ਤੀਸਰਾ ਜਨਮ ਆਇਆ, ਫਿਰ ਉਹ ਕਸ਼ਟ ਆਇਆ, ਫਿਰ ਅਸੀਂ ਅਰਦਾਸ ਕੀਤੀ, ਕਸ਼ਟ ਫਿਰ ਅੱਗੇ ਚਲਾ ਗਿਆ। ਚੌਥਾ ਜਨਮ ਮਿਲਿਆ, ਫਿਰ ਇਹ ਤਕਲੀਫ ਆਈ, ਫਿਰ ਅਰਦਾਸ ਕੀਤੀ, ਕਸ਼ਟ ਤਾਂ ਅਗਾਂਹ ਚਲਾ ਗਿਆ ਪਰ ਨਾਲ ਵਿਆਜ ਵੀ ਪੈਂਦਾ ਗਿਆ। ਹੁਣ ਸਾਡਾ ਇਹ 5ਵਾਂ ਜਨਮ ਚੱਲ ਰਿਹਾ ਹੈ ਤੇ ਉਹ ਪਿਛਲੇ ਜਨਮਾਂ ਦੇ ਲੇਖੇ ਦਾ ਕਸ਼ਟ ਸਾਡੇ ਸਰੀਰ 'ਤੇ ਆਇਆ ਹੈ। ਸੇਵਕ ਕਹਿਣ ਲੱਗਾ, ਮਹਾਂਪੁਰਸ਼ੋ ਹੁਣ ਵੀ ਅਰਦਾਸ ਕਰ ਲਵੋ ਤਾਂ ਕਿ ਕਸ਼ਟ ਅਗਾਂਹ ਚਲਿਆ ਜਾਵੇ। ਮਹਾਂਪੁਰਸ਼ ਕਹਿਣ ਲੱਗੇ, ਇਹ ਸਾਡਾ ਅਖੀਰਲਾ ਜਾਮਾ ਹੈ। ਹੁਣ ਇਸ ਜਾਮੇ ਵਿੱਚ ਸਾਰਾ ਖਾਤਾ ਨਿਲ ਕਰਕੇ ਨਿਰੰਕਾਰ ਦੇ ਚਰਨਾਂ ਵਿੱਚ ਜਾਣਾ ਹੈ। ਸੰਗਤ ਜੀ, ਕੁਝ ਚਿਰ ਬਾਅਦ ਉਹਨਾਂ ਦਾ ਸਰੀਰ ਦਾ ਕੋੜ ਦਾ ਰੋਗ ਰਾਜੀ ਹੋ ਗਿਆ। ਉਹਨਾਂ ਬਿਲਕੁਲ ਮਹਾਂਪੁਰਸ਼ਾਂ ਵਾਂਗ ਸਰੀਰ ਤਿਆਗ ਗਿਆ। ਕਈ ਵਾਰ ਅਸੀਂ ਨੋਟ ਕਰਦੇ ਹਾਂ ਕਿ ਬੜੇ ਨੇਮੀ ਧਰਮੀ ਹੁੰਦੇ ਹਨ ਪਰ ਉਹਨਾਂ ਦੇ ਸਰੀਰ 'ਤੇ ਬੜੇ ਕਸ਼ਟ ਆਉਂਦੇ ਹਨ। ਅਸੀਂ ਆਮ ਕਹਿ ਦਿੰਦੇ ਹਾਂ ਕਿ ਇਹ ਸਰੀਰ ਇੰਨੀ ਬੰਦਗੀ ਕਰਦਾ ਹੈ, ਫਿਰ ਵੀ ਇਸ ਦੇ ਸਰੀਰ 'ਤੇ ਇੰਨੇ ਕਸ਼ਟ ਕਿਉਂ ਆ ਰਹੇ ਹਨ? ਇਸ ਦਾ ਕਾਰਨ ਸੰਗਤ ਜੀ ਇਹੀ ਹੁੰਦਾ ਹੈ। ਇਸ ਸਾਖੀ ਤੋਂ ਤੁਸੀਂ ਇਹੀ ਸੇਧ ਲੈਣਾ ਕਿ ਜੇ ਖੁਰਕ ਪਏ ਕੁੱਤੇ ਨੂੰ ਸੋਟੀ ਮਾਰਨ ਕਰਕੇ ਸਰੀਰ 'ਤੇ ਕਸ਼ਟ ਭੁਗਤਣਾ ਪਿਆ, ਜੇ ਅਸੀਂ ਕਿਸੇ ਨੂੰ ਦੁੱਖ ਦਿੰਦੇ ਹਾਂ ਤਾਂ ਸਾਨੂੰ ਵੀ ਉਸ ਦਾ ਲੇਖਾ ਦੇਣਾ ਪਵੇਗਾ। ਜੇ ਅਸੀਂ ਕਿਸੇ ਨੂੰ ਨਾਜਾਇਜ਼ ਦੁੱਖ ਦਿੰਦੇ ਹਾਂ ਤਾਂ ਲੇਖਾ ਦੇਣਾ ਪਵੇਗਾ। ਜੇ ਕੋਈ ਨੂੰਹ ਸੱਸ ਨੂੰ ਨਾਜਾਇਜ਼ ਦੁਖੀ ਕਰਦੀ ਹੈ ਤਾਂ ਉਸ ਨੂੰ ਲੇਖਾ ਦੇਣਾ ਪਵੇਗਾ। ਜੇ ਸੱਸ ਨੂੰਹ ਨੂੰ ਨਾਜਾਇਜ਼ ਦੁਖੀ ਕਰਦੀ ਹੈ ਤਾਂ ਉਸ ਨੂੰ ਵੀ ਲੇਖਾ ਦੇਣਾ ਪਵੇਗਾ। ਪਰ ਇੱਕ ਗੱਲ ਸੰਗਤ ਜੀ ਯਾਦ ਰੱਖਿਓ, ਹਮੇਸ਼ਾ ਵਾਸਤੇ ਕਿਸੇ ਅਹੁਦੇ ਦਾ ਨਸ਼ਾ ਜਾਂ ਮਾਇਆ ਦਾ ਨਸ਼ਾ ਗਰੀਬ ਮਾਰ ਕਰਵਾਉਂਦਾ ਹੈ। ਇਹਨਾਂ ਨਸ਼ਿਆਂ ਵਿੱਚ ਬੰਦਾ ਇੰਨਾ ਅੰਨਾ ਹੋ ਜਾਂਦਾ ਹੈ, ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਮਾੜੇ ਕੰਮ ਕਰ ਰਿਹਾ ਹਾਂ। ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ, ਭੁੱਲ ਜਾਂਦਾ ਹੈ ਕਿ ਮੈਨੂੰ ਵੀ ਕੋਈ ਬਣਾਉਣ ਵਾਲਾ ਹੈ। ਇੱਥੋਂ ਆਪਣੇ ਲਈ ਇੱਕ ਸੇਧ ਲੈਣਾ, ਤੁਹਾਡੇ ਕੋਲ ਵੀ ਅਹੁਦੇ ਹਨ। ਤੁਸੀਂ ਵੀ ਕਿਸੇ ਨਾ ਕਿਸੇ ਛੋਟੇ ਜਾਂ ਵੱਡੇ ਦਾਇਰੇ ਵਿੱਚ ਕਿਸੇ ਨਾ ਕਿਸੇ ਅਹੁਦੇ ਦੇ ਮਾਲਕ ਹੋ। ਆਪਣੇ ਅੰਦਰ ਜ਼ਰੂਰ ਝਾਤੀ ਮਾਰਿਓ, ਕਿਧਰੇ ਤੁਸੀਂ ਵੀ ਅਹੁਦੇ ਦੇ ਨਸ਼ੇ ਵਿੱਚ ਗਰੀਬ ਮਾਰ ਤਾਂ ਨਹੀਂ ਕਰ ਰਹੇ। ਜੇ ਕਰ ਰਹੇ ਹੋ ਤਾਂ ਬਚ ਕੇ ਰਹਿਣਾ। ਗਰੀਬ ਮਾਰ ਭਾਵੇਂ ਕਿਸੇ ਇਨਸਾਨ ਦੀ ਵੀ ਹੋਵੇ ਜਾਂ ਪਸ਼ੂ ਪੰਛੀ ਦੀ, ਲੇਖਾ ਦੇਣਾ ਹੀ ਪਵੇਗਾ। ਬੰਦੇ ਨਾਲੋਂ ਪਸ਼ੂ ਪੰਛੀ ਦੀ ਹਾਂ ਪਹਿਲਾਂ ਲੱਗਦੀ ਹੈ। ਜੇ ਕੋਈ ਅਹੁਦੇ ਦੇ ਨਸ਼ੇ ਵਿੱਚ ਗਰੀਬ ਮਾਰ ਕਰ ਰਿਹਾ ਹੈ ਤਾਂ ਹਾਂ ਅਵਸ਼ ਲੱਗੇਗੀ। ਬਚ ਕੇ ਰਹਿਣਾ। ਕਿਸੇ ਦੀ ਲੱਗੀ ਹੋਈ ਬਦਦੁਆ ਕਿਤੇ ਅਗਲੇ ਜਨਮ ਦਾ ਵਜਰਪਾਪ ਨਾ ਬਣ ਜਾਵੇ। ਕਈਆਂ ਦੀ ਔਲਾਦ ਬੜਾ ਦੁਖੀ ਕਰਦੀ ਹੈ, ਜਦਕਿ ਕਈਆਂ ਦੀ ਔਲਾਦ ਬੜੀ ਨੇਕ ਤੇ ਸੁੱਖ ਦੇਣ ਵਾਲੀ ਹੁੰਦੀ ਹੈ। ਇਹ ਵੀ ਸੰਗਤ ਜੀ ਪਿਛਲੇ ਲੇਖੇ ਹੁੰਦੇ ਹਨ। ਕੋਈ ਕਹਿ ਦਿੰਦੀ ਹੈ ਮੈਂ ਘਰ ਵਾਲੇ ਤੋਂ ਦੁਖੀ ਹਾਂ, ਕੋਈ ਆਪਣੀ ਜਨਾਨੀ ਤੋਂ ਦੁਖੀ ਹੁੰਦਾ ਹੈ। ਕਈ ਸਰੀਰ ਧਰਤੀ ਤੇ ਦੁੱਖ ਦਿੰਦੇ ਹਨ ਤੇ ਕਈ ਸੁੱਖ। ਇਹੋ ਜਿਹਾ ਬੀਜ ਹੁੰਦਾ ਹੈ ਉਹ ਹੀ ਵੜਦੇ ਹਾਂ। ਇਹ ਸਭ ਪਿਛਲਾ ਚੱਲਿਆ ਆ ਰਿਹਾ ਹੁੰਦਾ ਹੈ। ਸੰਗਤ ਜੀ, ਮਾਤਾ ਪਿਤਾ, ਇਸਤਰੀ ਪੁੱਤਰ, ਮਿੱਤਰ, ਸੰਬੰਧੀ ਸਭ ਪਿਛਲੇ ਜਨਮਾਂ ਦੇ ਸੰਜੋਗਾਂ ਕਰਕੇ ਮਿਲਦੇ ਹਨ। ਭਾਵ ਕਿ ਆਪਣੇ ਹੀ ਕੀਤੇ ਕਰਮਾਂ ਕਰਕੇ ਕੋਈ ਸੁੱਖ ਭੋਗ ਰਿਹਾ ਹੈ ਤੇ ਕੋਈ ਦੁੱਖ, ਕੋਈ ਗਰੀਬ ਹੈ ਤੇ ਕੋਈ ਅਮੀਰ ਹੈ। ਪਰ ਸਰਬ ਸ੍ਰਿਸ਼ਟੀ ਦੇ ਮਾਲਕ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਿੱਠ ਬੋਲੜੇ ਸੁਭਾਅ, ਦਿਆਲੂ ਹਿਰਦੇ ਤੋਂ ਕੁਰਬਾਨ ਜਾਈਏ, ਜਿਨ੍ਹਾਂ ਨੇ ਐਸੀ ਮਿੱਠੀ ਬਾਣੀ ਸੁਖਮਨੀ ਸਾਹਿਬ ਜੀ ਨੂੰ ਬਖਸ਼ ਦਿੱਤੀ, ਜਿਸ ਦਾ ਜੇਕਰ ਆਸਰਾ ਲੈ ਲਈਏ ਤਾਂ ਇਹ ਰੇਖ ਵਿੱਚ ਮੇਖ ਵੀ ਮਾਰ ਦਿੰਦੀ ਹੈ। ਇਹ ਠੀਕ ਹੈ ਕਿ ਲੇਖ ਮਿਟਦੇ ਨਹੀਂ, ਪਰ ਜਿਹੜਾ ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਪ੍ਰੇਮ ਕਰੇ, ਜਿਹੜਾ ਸੁਖਮਨੀ ਸਾਹਿਬ ਜੀ ਦਾ ਲੜ ਫੜੇ, ਗੁਰੂ ਆਪਣੀ ਬਖਸ਼ਿਸ਼ ਕਰਕੇ ਉਸ ਦੇ ਕਰਮਾਂ ਨੂੰ ਸੁਪਨੇ ਵਿੱਚ ਕੱਟ ਦਿੰਦਾ ਹੈ, ਸੂਲੀ ਦਾ ਕੰਡਾ ਵੀ ਕਰ ਦਿੰਦਾ ਹੈ। ਸੰਗਤ ਜੀ, ਅਸੀਂ ਆਮ ਕਰਕੇ ਹੀ ਦੇਖਦੇ ਹਾਂ, ਭਾਵੇਂ ਕੋਈ ਇਨਸਾਨ ਆ ਜਾਂ ਜੀਵ ਜੰਤੂ। ਜੇ ਇਨਸਾਨਾਂ ਦੀ ਗੱਲ ਕਰੀਏ ਤਾਂ ਇੱਕ ਤਾਂ ਬੱਚੇ ਨੇ ਜਨਮ ਲਿਆ, ਜਿਸ ਨੇ ਕਿ ਢੋਲ ਢਮੱਕੇ, ਜਿਸ ਨੇ ਜੰਮਦੇ ਹੀ ਰਿਸ਼ਤੇਦਾਰ ਆਏ, ਵੱਡੇ ਪ੍ਰੋਗਰਾਮ ਕੀਤੇ ਅਤੇ ਜੰਮਦੇ ਹੀ ਸੁੱਖ ਸਹੂਲਤਾਂ ਮਾਣੀਆਂ ਹਨ। ਤੇ ਇੱਕ ਇਨਸਾਨ ਹੈ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਸੜਕਾਂ 'ਤੇ ਹੀ ਕੱਟ ਦਿੱਤੀ, ਤਨ ਨੂੰ ਪਾਉਣ ਵਾਸਤੇ ਚੰਗੇ ਕੱਪੜੇ ਵੀ ਨਹੀਂ ਚੁੜੇ।
ਇੱਕ ਇਸੇ ਤਰ੍ਹਾਂ ਹੀ ਜੀਵ ਜੰਤੂ ਹਨ ਜਾਂ ਜਾਨਵਰ ਹਨ। ਇੱਕ ਕੁੱਤਾ ਹੈ ਜਿਹੜਾ ਕਿ ਏਸੀ ਥੱਲੇ ਰਹਿੰਦਾ ਹੈ, ਅਤੇ ਇੱਕ ਕੁੱਤਾ ਹੈ ਜਿਹੜਾ ਕਿ ਕੀੜੇ ਪਏ ਹੋਏ ਹਨ ਅਤੇ ਸੜਕ 'ਤੇ ਜ਼ਿੰਦਗੀ ਭੋਗ ਰਿਹਾ ਹੈ। ਇਹ ਸੰਗਤ ਜੀ ਭਾਵੇਂ ਇਨਸਾਨ ਅਤੇ ਭਾਵੇਂ ਜਾਨਵਰ, ਇਹ ਕੀਤੇ ਪਿਛਲੇ ਜਨਮਾਂ ਦੇ ਜਿਹੜੇ ਕਰਮ ਹਨ ਉਹੀ ਅਗਲੇ ਜਨਮ ਵਿੱਚ ਜਾ ਕੇ ਸੰਗਤ ਜੀ ਟੱਕਰਦੇ ਹਨ। ਸੰਗਤ ਜੀ ਕਦੀ ਵੀ ਕਿਸੇ ਦਾ ਮਾੜਾ ਕਰਨ ਲੱਗੇ ਜਾਂ ਕਿਸੇ ਦੀ ਪਿੱਠ ਪਿੱਛੇ ਮਾੜਾ ਕਰਨ ਲੱਗੇ, ਇਹ ਨਾ ਸੋਚੋ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ। ਇਹ ਸੋਚੋ ਕਿ ਉਹ ਪਰਮਾਤਮਾ ਸੱਚੇ ਪਾਤਸ਼ਾਹ ਹਰ ਥਾਂ 'ਤੇ ਤੁਹਾਡੇ ਕਰਮਾਂ ਨੂੰ, ਤੁਹਾਡੀ ਮਨ ਦੀ ਸੋਚ ਨੂੰ ਹਰ ਥਾਂ 'ਤੇ ਬੈਠ ਕੇ ਵਾਹਿਗੁਰੂ ਪਰਮਾਤਮਾ ਤੁਹਾਨੂੰ ਦੇਖ ਰਿਹਾ ਹੈ। ਤੁਸੀਂ ਕਦੀ ਵੀ ਕਿਸੇ ਦਾ ਮਾੜਾ ਕਰਨਾ ਤਾਂ ਕੀ ਸੋਚੋ ਵੀ ਨਾ, ਕਿਉਂਕਿ ਹਰ ਇੱਕ ਮਿੰਟ ਸਕਿੰਟ 'ਤੇ ਤੁਹਾਡੀ ਸੋਚ ਦਾ ਹਿਸਾਬ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੇ ਹੈ। ਸੰਗਤ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਵੀ ਬਚਨ ਹਨ, ਕਰਮ ਨਹੀਂ ਮਿਟਦੇ ਪਰ ਕਰਮ ਲਿਖਣ ਵਾਲਾ ਲਿਖਤ ਉੱਤੇ ਲਕੀਰ ਫੇਰ ਸਕਦਾ ਹੈ। ਕਰਮ ਆਪ ਫਲਦਾਇਕ ਨਹੀਂ ਹੁੰਦੇ, ਕਰਮਾਂ ਦਾ ਫਲ ਪ੍ਰਦਾਤਾ ਵਾਹਿਗੁਰੂ ਹੈ। ਕਰਮਾਂ 'ਤੇ ਰੱਬੀ ਬਖਸ਼ਿਸ਼ ਹਾਵੀ ਹੁੰਦੀ ਹੈ। ਜੇ ਕੋਈ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਸਿਦਕ ਤੇ ਭਰੋਸੇ ਨਾਲ ਲੜ ਫੜੇ, ਤਨ ਮਨ ਗੁਰੂ ਦੇ ਅਰਪਣ ਕਰੇ, ਗੁਰੂ ਦੀ ਸੰਗਤ ਦੇ ਜੋੜੇ ਝਾੜੇ, ਤਾਂ ਕੀਤੇ ਹੋਏ ਲੇਖ ਵੀ ਮਿਟ ਸਕਦੇ ਹਨ। ਜੇ ਮਿਟਣ ਹੀ ਨਾ ਤਾਂ ਫਿਰ ਮਜ਼ਾ ਹੀ ਕੀ ਆਇਆ। ਬਸ ਲੋੜ ਹੈ ਗੁਰੂ ਨੂੰ ਮਨਾਉਣ ਦੀ, ਉਸ ਦੀ ਬਖਸ਼ਿਸ਼ ਲੈਣ ਦੀ ਜਾਂਚ ਹੋਣੀ ਚਾਹੀਦੀ ਹੈ। ਉਸ ਦੀ ਬਖਸ਼ਿਸ਼ ਸਭ ਕੁਝ ਕਰ ਸਕਦੀ ਹੈ, ਸਭ ਲੇਖੇ ਮਿਟਾ ਸਕਦੀ ਹੈ। ਜਿਸ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦੇਵੇ, ਉਸ ਦਾ ਲੇਖਾ ਪੜ੍ਹਿਆ ਨਹੀਂ ਜਾਂਦਾ, ਪਾੜ ਦਿੱਤਾ ਜਾਂਦਾ ਹੈ। ਸੰਗਤ ਜੀ ਸੋ ਸੰਗਤ ਜੀ ਇਹ ਜੋ ਸਾਖੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ, ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲੀ ਹੈ ਕਿ ਸਾਡੇ ਕਰਮ, ਸਾਡੀ ਜ਼ਿੰਦਗੀ, ਸਾਡਾ ਜੀਵਨ ਸਾਡੇ ਕਰਮਾਂ 'ਤੇ ਹੀ ਨਿਰਭਰ ਕਰਦਾ ਹੈ। ਜੇ ਕੋਈ ਮਾੜਾ ਕਰਮ ਕੀਤਾ ਹੈ ਤਾਂ ਸਾਨੂੰ ਜ਼ਰੂਰ ਭੁਗਤਣਾ ਪਵੇਗਾ, ਅਤੇ ਜੇ ਕੋਈ ਕਸ਼ਟ ਆ ਗਿਆ ਹੈ, ਸੁਖਮਨੀ ਸਾਹਿਬ ਜੀ ਦੇ ਗੁਰਬਾਣੀ ਦਾ ਲੜ ਫੜ ਲਵੋ, ਕਰਮ ਬਦਲ ਜਾਣਗੇ। ਪਰ ਇੱਕ ਗੱਲ ਜ਼ਰੂਰ ਯਾਦ ਰੱਖੋ, ਆਪਣੇ ਆਪ ਨਾਲ ਪ੍ਰਣ ਕਰੋ ਕਿ ਅਸੀਂ ਕਿਸੇ ਦਾ ਵੀ ਮਾੜਾ ਨਹੀਂ ਕਰਾਂਗੇ ਅਤੇ ਨਾ ਹੀ ਸੋਚਾਂਗੇ, ਕਿਉਂਕਿ ਜੋ ਕੁਝ ਵੀ ਹੈ ਇਹ ਸਰੀਰ ਨਾਸ਼ਵਾਨ ਹੈ। ਜੇ ਮਾਇਆ ਕਰਕੇ ਕਿਸੇ ਦਾ ਮਾੜਾ ਕਰ ਰਹੇ ਹੋ ਤਾਂ ਮਾਇਆ ਵੀ ਇੱਥੇ ਹੀ ਰਹਿ ਜਾਣੀ ਹੈ ਅਤੇ ਦੌਲਤ ਵੀ ਇੱਥੇ ਹੀ ਰਹਿ ਜਾਣੀ ਹੈ, ਜ਼ਮੀਨ ਜਾਇਦਾਦ ਵੀ ਇੱਥੇ ਰਹਿ ਜਾਣੀ ਹੈ। ਸੋ ਚੰਗਾ ਕਰੋ, ਵੱਧ ਤੋਂ ਵੱਧ ਗੁਰਬਾਣੀ ਪੜ੍ਹੋ। ਸੰਗਤ ਜੀ ਈਰਖਾ, ਨਿੰਦਾ, ਚੁਗਲੀ ਤੋਂ ਬਚੋ। ਆਪਣੇ ਬੱਚਿਆਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਾਓ, ਗੁਰਬਾਣੀ ਦੇ ਨਾਲ ਜੋੜੋ। ਸੰਗਤ ਜੀ ਆਪ ਜੀ ਦੇ ਨਾਲ ਸਾਖੀ ਸਾਂਝੀ ਕਰਦਿਆਂ ਹੋਇਆਂ ਦਾਸ ਤੋਂ ਕੋਈ ਭੁੱਲ ਹੋ ਗਈ, ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾफ़ੀ ਮੰਗਦੇ ਹਾਂ। ਸੰਗਤ ਜੀ ਮੁਆਫ਼ ਕਰ ਦੇਣਾ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।